ਕੈਨੇਡਾ ਸਰਕਾਰ ਵੱਲੋਂ ਲਾਜ਼ਮੀ ਕਰ ਦਿੱਤਾ ਗਿਆ ਹੈ ਕਿ ਨਵੰਬਰ 21 ਤੋਂ ਬਾਅਦ ਜਿਸਨੇ ਵੀ ਕੈਨੇਡਾ ਦੇ ਵਿੱਚ ਦਾਖਲ ਹੋਣਾ ਹੈ ਉਸ ਨੂੰ ਅਰਾਈਵ ਕੈਨ ਐਪਲੀਕੇਸ਼ਨ ਜਾਂ ਫਿਰ ਅਰਾਈਵ ਕੈਨ ਸੰਬੰਧੀ ਜੋ ਵੈਬਸਾਈਟ ਦੇ ਉੱਤੇ ਜਾਣਕਾਰੀ ਹੈ ਉਹ ਭਰਨੀ ਹੀ ਪਵੇਗੀ। ਹੁਣ ਤੱਕ ਤਾਂ ਇਸ ਦੇ ਬਾਰੇ ਸਿਰਫ ਜੋ ਜਾਣਕਾਰੀ ਦਿੱਤੀ ਜਾਂਦੀ ਸੀ ਉਸ ਦੇ ਆਧਾਰ ਤੇ ਸਭ ਨੂੰ ਕਿਹਾ ਜਾਂਦਾ ਸੀ ਕਿ ਯਾਤਰੀ ਇਸ ਐਪਲੀਕੇਸ਼ਨ ਨੂੰ ਡਾਊਨਲੋਡ ਕੈਨੇਡਾ ਵਿੱਚ ਦਾਖਲ ਹੋਣ ਤੋਂ ਪਹਿਲਾਂ ਜ਼ਰੂਰ ਕਰ ਲੈਣ ਤੇ ਕੋਵਿਡ-19 ਸੰਬੰਧੀ ਜਾਣਕਾਰੀ ਜ਼ਰੂਰ ਭਰ ਦੇਣ ਤਾਂ ਕਿ ਜਦੋਂ ਉਹ ਕੈਨੇਡਾ ਵਿੱਚ ਐਂਟਰੀ ਲੈਂਦੇ ਨੇ ਤਾਂ ਉਸ ਸਮੇਂ ਅਧਿਕਾਰੀ ਜਦੋਂ ਜ਼ਿਆਦਾ ਸਵਾਲ ਪੁੱਛਦੇ ਨੇ ਤਾਂ ਉਸ ਸਮੇਂ ਸਮਾਂ ਬਚ ਸਕਦਾ ਹੈ। ਪਰ ਹੁਣ 21 ਨਵੰਬਰ ਤੋਂ ਲਾਜ਼ਮੀ ਕੀਤਾ ਜਾ ਰਿਹਾ ਹੈ ਕਿ ਸਭ ਨੂੰ ਇਹ ਐਪਲੀਕੇਸ਼ਨ ਡਾਊਨਲੋਡ ਕਰਨੀ ਹੀ ਪਵੇਗੀ ਤੇ ਜਾਣਕਾਰੀ ਭਰਨੀ ਹੀ ਪਵੇਗੀ। ਜੇਕਰ ਕੋਈ ਐਪਲੀਕੇਸ਼ਨ ਨੂੰ ਡਾਊਨਲੋਡ ਨਹੀਂ ਕਰ ਸਕਦਾ ਤਾਂ ਉਹ ਅਰਾਈਵ ਕੈਨ ਸੰਬੰਧੀ canada.ca ਦੇ ਉੱਤੇ ਵੀ ਜਾਣਕਾਰੀ ਭਰ ਸਕਦਾ ਹੈ। ਸਿਰਫ ਇਹੀ ਨਹੀਂ ਕਿ ਉਹਨਾਂ ਨੂੰ ਅਰਾਈਵ ਕੈਨ ਐਪਲੀਕੇਸ਼ਨ ਦੇ ਵਿੱਚ ਕੈਨੇਡਾ ਵਿੱਚ ਆਉਣ ਤੋਂ ਪਹਿਲਾਂ ਹੀ ਜਾਣਕਾਰੀ ਭਰਨੀ ਪੈਣੀ ਹੈ, ਸਗੋਂ ਜਦੋਂ 14 ਦਿਨ ਦੇ ਵਾਸਤੇ ਕੁਆਰੰਟਾਈਨ ਕਰਨਾ ਹੈ ਤਾਂ ਉਹਨਾਂ 14 ਦਿਨਾਂ ਦੇ ਵਿੱਚ ਹਰ ਰੋਜ਼ ਇਸ ਦੇ ਵਿੱਚ ਜਾਣਕਾਰੀ ਅਪਡੇਟ ਕਰਨੀ ਪੈਣੀ ਹੈ ਕਿ ਕੋਵਿਡ-19 ਦੇ ਲੱਛਣ ਨੇ ਜੋ ਉਹਨਾਂ ਦੇ ਵਿੱਚ ਦਿਖਾਈ ਤਾਂ ਨਹੀਂ ਦੇ ਰਹੇ। ਜੇਕਰ ਉਹਨਾਂ ਨੂੰ ਕੋਵਿਡ-19 ਦੇ ਲੱਛਣ ਮਹਿਸੂਸ ਹੋਏ ਨੇ ਤਾਂ ਇਸ ਦੇ ਬਾਰੇ ਵੀ ਜਾਣਕਾਰੀ ਭਰਨੀ ਹੈ, ਜੇਕਰ ਨਹੀਂ ਹੋਏ ਤਾਂ ਉਹ ਵੀ ਭਰਨੀ ਹੈ। ਤਾਂ 14 ਦਿਨ ਹਰ ਰੋਜ਼ ਦੀ ਅਪਡੇਟ ਦੇਣੀ ਹੈ ਤੇ ਜੇਕਰ ਇਸ ਦੌਰਾਨ ਜਿਹੜੀ ਰੋਜ਼ ਅਪਡੇਟ ਦੇਣੀ ਹੈ ਉਹਨਾਂ ਦੇ ਕੋਲ ਜਾਂ ਇੰਟਰਨੈਟ ਮੌਜੂਦ ਨਾ ਹੋਵੇ ਜਾਂ ਕੋਈ ਇਸ ਸੰਬੰਧੀ ਸਹੂਲਤ ਮੌਜੂਦ ਨਾ ਹੋਵੇ ਕਿ ਉਹ ਐਪਲੀਕੇਸ਼ਨ ਦੇ ਰਾਹੀਂ ਜਾਣਕਾਰੀ ਭਰ ਨਾ ਸਕਣ ਤਾਂ 183364104343 ਟੋਲ ਫ੍ਰੀ ਨੰਬਰ ਹੈ। ਇਸ ਦੇ ਉੱਤੇ ਫੋਨ ਕਰਕੇ ਜਾਣਕਾਰੀ ਦਿੱਤੀ ਜਾਵੇਗੀ। ਹਰ ਰੋਜ਼ ਟੋਲ ਫ੍ਰੀ ਨੰਬਰ ਦੇ ਉੱਤੇ ਫੋਨ ਕਰਕੇ ਜਾਣਕਾਰੀ ਦਿੱਤੀ ਜਾਵੇਗੀ। ਇਸ ਦੌਰਾਨ ਇਸ ਨੰਬਰ ਦੇ ਉੱਤੇ ਜਾਂ ਫਿਰ ਐਪ ਦੇ ਰਾਹੀਂ 48 ਘੰਟੇ ਦੇ ਅੰਦਰ ਜਦੋਂ ਕੈਨੇਡਾ ਵਿੱਚ ਦਾਖਲ ਹੋ ਜਾਂਦਾ ਵਿਅਕਤੀ ਤਾਂ ਪੁਸ਼ਟੀ ਵੀ ਕਰਨੀ ਪਵੇਗੀ ਕਿ ਕੁਆਰੰਟਾਈਨ ਵਾਲੀ ਥਾਂ ਦੇ ਉੱਤੇ ਉਹ ਪਹੁੰਚ ਗਿਆ ਹੈ ਤੇ 14 ਦਿਨ ਦੇ ਵਾਸਤੇ ਖੁਦ ਨੂੰ ਵੱਖਰੇ ਤੌਰ ਦੇ ਉੱਤੇ ਰੱਖਣ ਦੇ ਲਈ ਜਿਹੜੀ ਜਗ੍ਹਾ ਦੱਸੀ ਸੀ ਉਸੇ ਥਾਂ ਤੇ ਪਹੁੰਚਿਆ ਤੇ ਉਹ ਵੱਖਰੇ ਤੌਰ ਤੇ ਰਹਿ ਰਿਹਾ ਹੈ। ਹੁਣ ਇੱਥੇ ਇਹ ਵੀ ਹੈ ਕਿ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਜੇਕਰ ਤੁਸੀਂ ਕੈਨੇਡਾ ਵਿੱਚ ਐਂਟਰੀ ਦੇ ਸਮੇਂ ਇਸ ਜਾਣਕਾਰੀ ਨੂੰ ਨਹੀਂ ਭਰਦੇ ਤੇ ਤੁਹਾਡੇ ਕੋਲ ਕੋਈ ਠੋਸ ਕਾਰਨ ਵੀ ਨਹੀਂ ਹੈ ਕਿ ਤੁਸੀਂ ਕਿਉਂ ਨਹੀਂ ਭਰੀ, ਕਿ ਤੁਹਾਡੇ ਕੋਲ ਕੀ ਫੋਨ ਨਹੀਂ ਸੀ ਜਾਂ ਇੰਟਰਨੈਟ ਨਹੀਂ ਸੀ ਜਾਂ ਫਿਰ ਇਸ ਸੰਬੰਧੀ ਕੋਈ ਅਜਿਹੀ ਸਹੂਲਤ ਮੌਜੂਦ ਹੀ ਨਹੀਂ ਸੀ ਕਿ ਤੁਸੀਂ ਜਾਣਕਾਰੀ ਭਰ ਸਕਦੇ ਤੇ ਜੇਕਰ ਤੁਹਾਡੇ ਕੋਲ ਕੋਈ ਕਾਰਨ ਮੌਜੂਦ ਨਹੀਂ ਹੈ ਤਾਂ ਅਧਿਕਾਰੀਆਂ ਦੇ ਵੱਲੋਂ ਚੇਤਾਵਨੀ ਤਾਂ ਦਿੱਤੀ ਜਾਵੇਗੀ ਹੀ, ਸਗੋਂ ਇਹ ਵੀ ਇੱਥੇ ਦੱਸਿਆ ਗਿਆ ਕਿ $1000 ਤੱਕ ਦਾ ਫਾਈਨ ਵੀ ਅਧਿਕਾਰੀਆਂ ਦੇ ਵੱਲੋਂ ਕੀਤਾ ਜਾ ਸਕਦਾ ਹੈ ਉਹਨਾਂ ਯਾਤਰੀਆਂ ਨੂੰ ਜਿਨ੍ਹਾਂ ਦੇ ਵੱਲੋਂ ਇਸ ਐਪਲੀਕੇਸ਼ਨ ਦੇ ਰਾਹੀਂ ਜਾਂ ਆਨਲਾਈਨ ਕੈਨੇਡਾ ਵਿੱਚ ਐਂਟਰੀ ਤੋਂ ਪਹਿਲਾਂ ਜਾਣਕਾਰੀ ਨਹੀਂ ਭਰੀ ਜਾਵੇਗੀ। ਇੱਥੇ ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਕਈ ਇੰਟਰਨੈਸ਼ਨਲ 에ਅਰਪੋਰਟਸ ਦੇ ਉੱਤੇ ਹੁਣ ਵੱਖਰੀਆਂ ਕਤਾਰਾਂ ਲੱਗਦੀਆਂ ਨੇ ਉਹਨਾਂ ਯਾਤਰੀਆਂ ਦੀਆਂ ਜਿਹੜੇ ਕਿ ਅਰਾਈਵ ਕੈਨ ਐਪਲੀਕੇਸ਼ਨ ਦੇ ਰਾਹੀਂ ਜਾਣਕਾਰੀ ਭਰ ਕੇ ਕੈਨੇਡਾ ਵਿੱਚ ਆਉਂਦੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਰਿਸਿਪਟ ਮਿਲਦੀ ਹੈ ਤੇ ਉਹ ਰਿਸਿਪਟ ਉਹਨਾਂ ਨੇ ਦਿਖਾਉਣੀ ਹੁੰਦੀ ਹੈ ਜੋ ਫੋਨ ਦੇ ਵਿੱਚੋਂ ਹੀ ਦਿਖਾਉਣੀ ਹੁੰਦੀ ਹੈ ਅਧਿਕਾਰੀ ਨੂੰ, ਜਿਸ ਦੇ ਵਿੱਚ ਇਹ ਹੁੰਦਾ ਹੈ ਕਿ ਜਾਣਕਾਰੀ ਸਾਰੀ ਭਰੀ ਹੈ ਤੇ ਉਹ ਕੁਆਰੰਟਾਈਨ ਦਾ ਇੰਤਜ਼ਾਮ ਕਰਕੇ ਵੀ ਆਏ ਨੇ ਤੇ ਜਿਸ ਤੋਂ ਬਾਅਦ ਅਧਿਕਾਰੀ ਉਹਨਾਂ ਨੂੰ ਐਂਟਰੀ ਦੇ ਵਾਸਤੇ ਇਜਾਜ਼ਤ ਦਿੰਦਾ ਹੈ, ਜਿਸ ਦੇ ਲਈ ਇਸ ਸਮੇਂ ਵੈਨਕੂਵਰ ਇੰਟਰਨੈਸ਼ਨਲ 에ਅਰਪੋਰਟ, ਕੈਲਗਰੀ ਇੰਟਰਨੈਸ਼ਨਲ 에ਅਰਪੋਰਟ, ਟੋਰਾਂਟੋ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੇ ਮੌਂਟਰੀਅਲ ਪੀਅਰ ਐਲੀਅਟ ਟਰੂਡੋ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਅਰਾਈਵ ਕੈਨ ਐਪ ਵਾਲੇ ਯਾਤਰੀਆਂ ਦੀਆਂ ਵੱਖਰੀਆਂ ਕਤਾਰਾਂ ਲੱਗਦੀਆਂ ਵੀ ਨੇ ਤੇ 21 ਨਵੰਬਰ ਤੋਂ ਹੁਣ ਸਾਰਿਆਂ ਨੂੰ ਇਹ ਜਾਣਕਾਰੀ ਭਰਨੀ ਪੈਣੀ ਹੈ, ਜਿਸ ਦੇ ਲਈ ਜੇਕਰ ਤਾਂ ਤੁਸੀਂ ਗੂਗਲ ਪਲੇ ਤੋਂ ਡਾਊਨਲੋਡ ਕਰਨੀ ਹੈ ਐਪਲੀਕੇਸ਼ਨ ਤਾਂ ਉਸ ਦਾ ਵੀ ਲਿੰਕ ਅਸੀਂ ਕਮੈਂਟ ਬਾਕਸ ਵਿੱਚ ਸਾਂਝਾ ਕਰ ਰਹੇ ਹਾਂ। ਜੇਕਰ ਐਪ ਸਟੋਰ ਤੋਂ ਕਰਨੀ ਹੈ ਤਾਂ ਉਸ ਦਾ ਵੀ ਲਿੰਕ ਸਾਂਝਾ ਕਰ ਰਹੇ ਹਾਂ ਜਾਂ ਫਿਰ ਜੇਕਰ ਤੁਸੀਂ ਆਨਲਾਈਨ ਜਾ ਕੇ ਹੀ ਇਸ ਦੇ ਬਾਰੇ ਜਾਣਕਾਰੀ ਭਰਨੀ ਹੈ ਤਾਂ ਉਸ ਦਾ ਵੀ ਲਿੰਕ ਸਾਂਝਾ ਕਰ ਰਹੇ ਹਾਂ ਜੋ ਕਿ canada.ca/arrivecan ਦੇ ਉੱਤੇ ਜਾ ਕੇ ਤੁਸੀਂ ਜਾਣਕਾਰੀ ਭਰ ਸਕਦੇ ਹੋ। ਤੇ ਜੇਕਰ ਤੁਹਾਨੂੰ ਆਨਲਾਈਨ ਜਾਣਕਾਰੀ ਭਰਨ ਵਿੱਚ ਜਾਂ ਫਿਰ ਅਰਾਈਵ ਕੈਨ ਐਪਲੀਕੇਸ਼ਨ ਦੀ ਵਰਤੋਂ ਕਰਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ phac.arrivecan.aspc@canada.ca ਦੇ ਉੱਤੇ ਈਮੇਲ ਕਰਕੇ ਤੁਹਾਨੂੰ ਜਾਣਕਾਰੀ ਦੇਣੀ ਪਵੇਗੀ ਪਹਿਲਾਂ। ਇਸ ਦੌਰਾਨ ਜਿਨ੍ਹਾਂ ਕੋਲ ਇਸ ਸੰਬੰਧੀ ਸਹੂਲਤ ਹੀ ਮੌਜੂਦ ਨਹੀਂ ਹੈ ਜਾਂ ਫਿਰ ਉਹ ਡਿਸੇਬਲ ਨੇ ਉਹਨਾਂ ਨੂੰ ਛੋਟ ਜ਼ਰੂਰ ਹੈ ਜੇ ਉਹ ਜਾਣਕਾਰੀ ਨਹੀਂ ਭਰ ਸਕਦੇ, ਪਰ ਬਾਕੀ ਸਾਰੇ ਯਾਤਰੀਆਂ ਨੂੰ ਲਾਜ਼ਮੀ ਤੌਰ ਦੇ ਉੱਤੇ ਇਹ ਜਾਣਕਾਰੀ ਭਰਨੀ ਪਵੇਗੀ। ਇਸ ਦੌਰਾਨ ਕੈਨੇਡਾ ਸਰਕਾਰ ਦੇ ਵੱਲੋਂ ਇਹ ਵੀ ਪੁਸ਼ਟੀ ਕੀਤੀ ਗਈ ਹੈ ਕਿ ਅਰਾਈਵ ਕੈਨ ਐਪਲੀਕੇਸ਼ਨ ਜੇਕਰ ਤੁਸੀਂ ਫੋਨ 'ਚ ਡਾਊਨਲੋਡ ਕਰਦੇ ਹੋ ਤੇ ਇਸ ਤਰ੍ਹਾਂ ਹੀ ਜਾਣਕਾਰੀ ਭਰਦੇ ਹੋ ਤਾਂ ਤੁਹਾਡੇ ਫੋਨ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦੀ ਟੈਕਨੋਲੋਜੀ ਜਾਂ ਡਾਟਾ ਜਾਂ ਫਿਰ GPS ਦੀ ਵਰਤੋਂ ਇਸ ਦੇ ਵੱਲੋਂ ਨਹੀਂ ਕੀਤੀ ਜਾਂਦੀ, ਨਾ ਹੀ ਕਿਸੇ ਯਾਤਰੀ ਨੂੰ ਟਰੈਕ ਕੀਤਾ ਜਾਂਦਾ ਹੈ
इस दौरान पुष्टि की गई है कि प्राइवेसी ਨੂੰ ਲੈ ਕੇ ਇਸ ਐਪਲੀਕੇਸ਼ਨ ਦੇ ਰਾਹੀਂ ਪੂਰਾ ਧਿਆਨ ਰੱਖਿਆ ਗਿਆ ਹੈ। ਇੱਥੇ ਵੀ ਜ਼ਿਕਰਯੋਗ ਹੈ ਕਿ ਇਸ ਐਪਲੀਕੇਸ਼ਨ ਦੇ ਰਾਹੀਂ ਜਦੋਂ ਜਾਣਕਾਰੀ ਭਰੀ ਜਾਂਦੀ ਹੈ ਤੇ ਦੱਸਿਆ ਜਾਂਦਾ ਹੈ ਕਿ ਕੈਨੇਡਾ ਦੇ ਕਿਹੜੇ ਹਿੱਸੇ ਵਿੱਚ ਉਹ ਯਾਤਰੀ ਪਹੁੰਚ ਰਿਹਾ ਹੈ ਤੇ ਉਸਨੇ ਕੁਆਰੰਟਾਈਨ ਕਰਨਾ ਹੈ, ਤਾਂ ਉਸ ਖੇਤਰ ਵਿੱਚ ਲਾਅ ਇਨਫੋਰਸਮੈਂਟ ਅਧਿਕਾਰੀਆਂ ਦੇ ਕੋਲ ਇਹ ਜਾਣਕਾਰੀ ਪਹੁੰਚਦੀ ਹੈ ਕਿ ਉਹਨਾਂ ਦੇ ਖੇਤਰ ਵਿੱਚ ਇਸ ਥਾਂ ਦੇ ਉੱਤੇ ਵਿਅਕਤੀ ਵਿਦੇਸ਼ ਤੋਂ ਆਇਆ ਹੈ ਤੇ ਕੁਆਰੰਟਾਈਨ ਕਰ ਰਿਹਾ ਹੈ, ਜਿਸ ਦੇ ਵਿੱਚ ਲਾਅ ਇਨਫੋਰਸਮੈਂਟ ਦੇ ਅਧਿਕਾਰੀ ਕਦੀ ਵੀ ਛਾਪੇਮਾਰੀ ਵੀ ਕਰ ਸਕਦੇ ਨੇ ਤੇ ਚੈਕਿੰਗ ਕਰ ਸਕਦੇ ਨੇ ਕਿ ਕੀ ਉਹ ਕਿਸੇ ਹਦਾਇਤ ਦੀ ਉਲੰਘਣਾ ਤਾਂ ਨਹੀਂ ਕਰ ਰਿਹਾ, ਤੇ ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਮੋਟਾ ਫਾਈਨ ਜਾਂ ਫਿਰ ਜੇਲ੍ਹ ਦੇ ਸਮੇਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਸਖਤ ਤੌਰ ਤੇ ਦਿੱਤੀਆਂ ਗਈਆਂ ਕੋਵਿਡ-19 ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਜਾਂਦੀ ਹੈ। ਇੱਥੇ ਜ਼ਿਕਰਯੋਗ ਹੈ ਕਿ ਕੋਵਿਡ-19 ਨਾਲ ਸੰਬੰਧਿਤ ਜੋ ਹਦਾਇਤਾਂ ਨੇ ਤੇ ਇਹ ਜਾਣਕਾਰੀ ਹੈ ਉਹ ਸਮੇਂ-ਸਮੇਂ ਦੇ ਉੱਤੇ ਲਗਾਤਾਰ ਅਪਡੇਟ ਕੀਤੀ ਜਾ ਰਹੀ ਹੈ, ਕਿਉਂਕਿ ਕੈਨੇਡਾ ਭਰ ਵਿੱਚ ਇਸ ਸਮੇਂ ਮਰੀਜ਼ਾਂ ਦੀ ਗਿਣਤੀ ਕਾਫੀ ਵੱਡੀ ਗਿਣਤੀ ਸਾਹਮਣੇ ਆ ਰਹੀ ਹੈ। ਪੂਰੇ ਕੈਨੇਡਾ ਵਿੱਚ ਇਸ ਸਮੇਂ ਮਰੀਜ਼ਾਂ ਦੀ ਗਿਣਤੀ 2,45,000 ਤੱਕ ਪਹੁੰਚ ਚੁੱਕੀ ਹੈ, ਜਿਨ੍ਹਾਂ ਵਿੱਚੋਂ 2,04,000 ਠੀਕ ਵੀ ਹੋ ਚੁੱਕੇ ਨੇ, ਪਰ ਹੁਣ ਤੱਕ 10,279 ਮੌਤਾਂ ਹੋ ਚੁੱਕੀਆਂ ਨੇ।